ਅੱਜ ਬੀਜੇਪੀ ਆਰਐਸਐਸ ਤਿਰੰਗੇ ਦੀ ਗੱਲ ਕਰਦੀ ਹੈ। ਜਿਹੜੀ ਬੀਜੇਪੀ ਆਰਐਸਐਸ 1925 ਚ ਬਣੀ ਔਰ ਦੇਸ਼ ਦੀ ਆਜ਼ਾਦੀ ਲਈ ਉਹਦਾ ਕੋਈ ਯੋਗਦਾਨ ਨਹੀਂ ਹੈ, ਤੇ ਉਹੀ ਆਰਐਸਐਸ ਬੀਜੇਪੀ ਅੱਜ ਤਿਰੰਗੇ ਦੀ ਗੱਲ ਕਰਦੀ ਹੈ, ਜਿਹਦੇ ਹੈੱਡਕੁਆਟਰ ਤੇ ਅੱਜ ਤੱਕ ਤਿਰੰਗਾ ਝੰਡਾ ਜਿਹੜਾ ਨਾਗਪੁਰ ਦੇ ਵਿੱਚ ਨਹੀਂ ਚੜਿਆ। ਤਿਰੰਗੇ ਨਾਲ ਇਹਨਾਂ ਨੂੰ ਕੋਈ ਬੜਾ ਪ੍ਰੇਮ ਨਹੀਂ ਹੈ, ਕਿਉਂਕਿ ਇਹ ਤਾਂ ਜਿਹੜਾ ਇਹਨਾਂ ਦਾ ਝੰਡਾ ਤਾਂ ਭਗਵਾ ਹੈ। ਇਸ ਮਨੂ ਸਮ੍ਰਿਤੀ ਨੂੰ ਤਾਂ ਬੀਜੇਪੀ ਆਰਐਸਐਸ ਸੰਵਿਧਾਨ ਬਣਾਉਣਾ ਚਾਹੁੰਦੀ ਹੈ। ਲਾਸ਼ਾਂ ਜਿਹੜੀਆਂ ਕੁੱਤਿਆਂ ਗਿਰਜਾਂ ਤੋਂ ਨਹੀਂ ਖਾਧੀਆਂ ਗਈਆਂ, ਜੋ ਬੇਪਤੀ ਸਾਡੀਆਂ ਧੀਆਂ ਭੈਣਾਂ ਦੀ ਵੰਡ ਦੇ ਦੌਰਾਨ ਹੋਈ ਆ। ਇਸ ਕਰਕੇ ਅਸੀਂ ਆਜ਼ਾਦੀ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਕਰਦੇ ਕੋਈ ਇਸ ਦਿਨ ਤੇ ਚੰਗੇ ਨਹੀਂ ਲੱਗਦੇ। ਆਜ਼ਾਦੀ ਉਹਨਾਂ ਕਾਰਪੋਰੇਟ ਲਈ ਤੇ ਉਹਨਾਂ ਜੰਗੀਰਦਾਰਾਂ ਲਈ ਆਜ਼ਾਦੀ ਹੈ। ਆਮ ਲੋਕਾਂ ਲਈ, ਜਿਹਨੂੰ ਭਗਤ ਸਿੰਘ ਕਹਿੰਦਾ ਸੀ ਕਿ ਸਾਡੇ ਤਰੀਕੇ ਦੀ ਆਜ਼ਾਦੀ ਆਊਗੀ, ਭਗਤ ਸਿੰਘ ਦੇ ਤਰੀਕੇ ਦੀ ਆਜ਼ਾਦੀ ਨਹੀਂ ਹੈਗੀ। ਜਦੋਂ ਅੱਜ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਆ, ਜਦੋਂ ਅੱਜ ਜਾਤਾਂ ਦੇ ਆਧਾਰ ਤੇ ਸ਼ਮਸ਼ਾਨ ਘਾਟ ਬਣਾਏ ਗਏ ਆ, ਅਸੀਂ ਇਹਨੂੰ ਸਮਾਜਿਕ ਤੌਰ ਤੇ ਆਜ਼ਾਦੀ ਨਹੀਂ ਮੰਨਦੇ ਹੈਗੇ। ਆਮ ਲੋਕਾਂ ਨੂੰ ਤਾਂ ਇਹਨਾਂ ਨੇ ਛਣਕਣੇ ਬਣਾਇਆ ਹੋਇਆ, ਠੀਕ ਹੈ। 5 ਸਾਲਾਂ ਬਾਅਦ ਲਾਈਨ 'ਚ ਲਾ ਕੇ ਤੁਹਾਡੀ ਡੈਮੋਕ੍ਰੇਸੀ ਇਕੱਲੀ ਇੰਨੀ ਹੈ ਵੀ ਤੁਸੀਂ ਵੋਟ ਪਾਉਣੀ ਹੈ। ਜਿੰਨਾ ਚਿਰ ਭਗਤ ਸਿੰਘ ਦੇ ਤਰੀਕੇ ਦੀ ਆਜ਼ਾਦੀ ਨਹੀਂ ਆਉਂਦੀ, ਸਰਾਭੇ ਹੋਣਾ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਉਂਦੀ, ਅਸੀਂ ਉਹਨਾਂ ਚਿਰ ਇਸ ਆਜ਼ਾਦੀ ਨੂੰ ਆਜ਼ਾਦੀ ਮੰਨਦੇ ਨਹੀਂ ਹੈ। ਸਵਾਗਤ ਹੈ ਦੋਸਤੋ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਮੋਹਨ ਸਿੰਘ ਔਲਖ। ਦੋਸਤੋ, ਇਹਨਾਂ ਦਿਨਾਂ ਦੇ ਵਿੱਚ ਜਦੋਂ 15 ਅਗਸਤ ਮਨਾਈ ਜਾ ਰਹੀ ਆ, ਜ਼ੋਰ ਸ਼ੋਰ ਨਾਲ ਮਨਾਈ ਜਾ ਰਹੀ ਆ, ਉਸ ਸਮੇਂ ਇੱਕ ਬਹਿਸ ਚੱਲ ਰਹੀ ਹੈ ਕਿ ਤਿਰੰਗਾ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ। ਕੋਈ ਕਹਿ ਰਿਹਾ ਕਿ ਤਿਰੰਗੇ ਦੀ ਜਗ੍ਹਾ ਅਸੀਂ ਕੇਸਰੀ ਲਾਵਾਂਗੇ। ਵੱਖ-ਵੱਖ ਤਰ੍ਹਾਂ ਦੀ ਬਹਿਸ ਚਲਾਈ ਜਾ ਰਹੀ ਹੈ। ਇਸ ਸਭ ਦੇ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਇੱਕ ਵੱਖਰੇ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਕੀਤੇ ਗਏ ਆ ਕਿ ਅਸੀਂ ਤਾਂ ਇਸ ਮੁਲਕ ਨੂੰ ਆਜ਼ਾਦ ਮੁਲਕ ਹੀ ਨਹੀਂ ਮੰਨਦੇ। ਇੱਥੇ ਉਹ ਆਜ਼ਾਦੀ ਜਿਹੜੀ ਭਗਤ ਸਿੰਘ ਚਾਹੁੰਦਾ ਸੀ, ਜਿਹੜੀ ਸਾਡੇ ਸ਼ਹੀਦ ਚਾਹੁੰਦੇ ਸੀ, ਉਹ ਆਈ ਨਹੀਂ। ਇਹਨਾਂ ਸਭ ਸਵਾਲਾਂ ਤੇ ਮੇਰੇ ਨਾਲ ਨੇ ਨੌਜਵਾਨ ਭਾਰਤ ਸਭਾ ਦੇ ਸੀਨੀਅਰ ਆਗੂ ਮੰਗਾ ਆਜ਼ਾਦ ਜੀ। ਬਾਈ ਜੀ ਸਵਾਗਤ ਹੈ। ਧੰਨਵਾਦ ਜੀ ਮੋਹਨ ਜੀ, ਲੋਕ ਆਵਾਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ। ਬਾਈ ਜੀ, ਪਹਿਲਾ ਸਵਾਲ ਹੀ ਕਿ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਤਿਰੰਗਾ ਲਾਉਣਾ ਚਾਹੀਦਾ ਜਾਂ ਕੇਸਰੀ ਲਾਉਣਾ ਚਾਹੀਦਾ ਜਾਂ ਹੋਰ ਝੰਡਿਆਂ ਦੀ ਗੱਲ ਹੋ ਰਹੀ, ਲੋਕਾਂ ਦੀਆਂ ਸਮੱਸਿਆਵਾਂ ਕਿੱਥੇ ਨੇ? ਤੁਸੀਂ ਕਿਵੇਂ ਮੰਨਦੇ ਹੋ ਵੀ ਆਜ਼ਾਦੀ ਹੈ, ਕਿੱਦਾਂ ਦੀ ਆਜ਼ਾਦੀ ਹੈ? ਮੋਹਨ ਜੀ ਦੇਖੋ, ਅੱਜ 2022 ਦੇ ਵਿੱਚ ਅਸੀਂ ਜਿਹੜਾ ਉਹ ਰਹਿ ਰਹੇ ਹਾਂ ਜੀ, ਤੇ 1947 'ਚ ਜਿਹੜਾ ਕਹਿੰਦੇ ਆ ਕਿ ਸਾਡਾ ਮੁਲਕ ਆ ਜਿਹੜਾ ਆਜ਼ਾਦ ਹੋਇਆ। ਮੈਂ ਇਹਦੇ ਤੇ 2 ਟਿੱਪਣੀਆਂ ਕਰਨੀਆਂ ਚਾਹੂੰਗਾ। ਪਹਿਲੀ ਤਾਂ ਇਹ ਕਿ ਜਿਹੜੀ ਤਿਰੰਗੇ ਵਾਲੀ ਬਹਿਸ ਆ ਜਾਂ ਕੋਈ ਹੋਰ ਨਿਸ਼ਾਨ ਲਾਉਣ ਵਾਲੀ ਬਹਿਸ ਆ, ਇਹ ਕੋਈ ਬਹਿਸ ਹੀ ਨਹੀਂ ਹੈ। ਅਸੀਂ ਇਹ ਮੰਨਦੇ ਹਾਂ ਕਿ ਇਹ ਕੋਈ ਬਹਿਸ ਨਹੀਂ ਹੈ। ਲੋਕਾਂ ਦੇ ਜੋ ਰੀਅਲ ਇਸ਼ੂਜ਼ ਆ, ਜੋ ਲੋਕਾਂ ਦੇ ਅਸਲ ਮੁੱਦੇ ਆ, ਉਹ ਦਰਨਕਾਰ ਕੀਤੇ ਜਾ ਰਹੇ ਆ। ਔਰ ਸਿਰਫ ਤੇ ਸਿਰਫ ਜਿਹੜੀ ਅੰਦਰ ਰਾਸ਼ਟਰ ਭਗਤੀ ਆ, ਜਿਹਦੇ 'ਚ ਬੀਜੇਪੀ ਨੇ ਇਹ ਕਿਹਾ ਕਿ 20-20 ਰੁਪਏ ਦੇ ਝੰਡੇ ਜਿਹੜੇ ਵੇਚਣੇ ਸ਼ੁਰੂ ਕਰਤੇ ਕਿ ਆਪਣੇ ਘਰਾਂ 'ਤੇ ਤਿਰੰਗੇ ਲਾਓ, ਜਾਂ ਕੋਈ ਹੋਰ ਲੋਕਾਂ ਦੇ ਬਿਆਨ ਆ ਵੀ ਆਹ ਨਿਸ਼ਾਨ ਲਾਓ, ਨਿਸ਼ਾਨ ਲਾਓ। ਸਾਡਾ ਇਹ ਮੰਨਣਾ ਕਿ ਇਹ ਕੋਈ ਮਾਮਲਾ ਨਹੀਂ ਹੈ। ਲੋਕਾਂ ਦੇ ਜਿਹੜੇ ਬੁਨਿਆਦੀ ਮਾਮਲੇ ਆ, ਉਹ ਸੈਂਟਰ ਦੇ ਵਿੱਚ, ਉਹ ਫੋਕਸ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਆ। ਤੁਸੀਂ ਦੇਖੋ, ਅੱਜ 74-75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਦੇ ਜਿਹੜੇ 67% ਲੋਕ ਆ, ਸਰਕਾਰੀ ਅੰਕੜਾ ਕਹਿੰਦਾ ਉਹ ਬਿਲੋ ਪਾਵਰਟੀ ਲਾਈਨ ਆ, ਉਹ ਗਰੀਬੀ ਰੇਖਾ ਤੋਂ ਹੇਠਾਂ ਜਿਹੜਾ ਆਪਦਾ ਜੀਵਨ ਆ ਉਹ ਬਤੀਤ ਕਰ ਰਹੇ ਆ। ਠੀਕ ਆ, ਅੱਜ ਲੱਖਾਂ ਕਰੋੜਾਂ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਜਿਹੜੀ ਸਿਰ ਤੇ ਉਹ ਛੱਤ ਨਹੀਂ ਹੈ। ਅੱਜ ਕਰੋੜਾਂ ਲੋਕ ਉਹ ਆ ਜਿਨ੍ਹਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਆ, ਜਿਹੜੇ ਬੱਚੇ। ਅੱਜ ਕਰੋੜਾਂ ਉਹ ਔਰਤਾਂ ਨੇ, ਉਹ ਲੜਕੀਆਂ ਨੇ ਜਿਹੜੀਆਂ ਖੂਨ ਦੀ ਕਮੀ, ਅਨੀਮੀਆ ਦਾ ਸ਼ਿਕਾਰ ਨੇ। ਅੱਜ ਸਾਡੇ ਮੁਲਕ ਦੇ ਵਿੱਚ ਭੁੱਖਮਰੀ ਇਸ ਵੱਡੇ ਪੱਧਰ ਤੇ ਆ ਕਿ ਅਸੀਂ ਕਈ ਮੁਲਕਾਂ ਤੋਂ ਵੀ ਹੇਠਲੇ ਦਰਜੇ ਤੇ ਆ। ਲਗਭਗ ਅਸੀਂ ਇੰਡੈਕਸ ਗਲੋਬਲ ਜਿਹੜੀ ਹੰਗਰ ਜਿਹੜਾ ਉਹ ਰਿਪੋਰਟ ਆਈ ਵੀ ਆ, ਉਹਦੇ ਵਿੱਚ ਅਸੀਂ 111ਵੇਂ ਸਥਾਨ ਤੇ ਆ। ਤੇ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਫਿਰ ਕਿਹੜੀ ਆਜ਼ਾਦੀ ਹੈ? ਆਜ਼ਾਦੀ ਇੱਥੇ ਆਈ ਆ ਉਹ ਬਿਰਲਿਆਂ ਨੂੰ, ਟਾਟਿਆਂ ਨੂੰ, ਅੰਬਾਨੀਆਂ, ਅੰਡਾਨੀਆਂ ਨੂੰ। ਆਮ ਲੋਕਾਂ ਲਈ, ਕਿਸਾਨਾਂ, ਮਜ਼ਦੂਰਾਂ ਲਈ ਇੱਥੇ ਕੋਈ ਆਜ਼ਾਦੀ ਨਹੀਂ ਹੈ। ਉਹਨਾਂ ਲਈ ਆਜ਼ਾਦੀ ਦਾ ਕੋਈ ਮਤਲਬ ਨਹੀਂ ਹੈ। ਇਸ ਕਰਕੇ ਜੇ ਸੈਲੀਬ੍ਰੇਟ ਕਰਨੀ, ਹਾਂ ਸੈਲੀਬ੍ਰੇਟ ਜਿੱਦੇ ਰੀਅਲ ਆਜ਼ਾਦੀ ਆਈ, ਜਦੋਂ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਊਗਾ, ਜਿਸ ਰਾਜ ਦੀ ਕਲਪਨਾ ਭਗਤ ਸਿੰਘ ਨੇ, ਜਿਸ ਰਾਜ ਦੀ ਕਲਪਨਾ ਸਰਾਭੇ ਹੋਣਾ ਨੇ, ਜਿਸ ਰਾਜ ਦੀ ਕਲਪਨਾ ਕਿਤੇ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀ, ਜਦੋਂ ਉਹ ਮਿਹਨਤਕਸ਼ ਲੋਕਾਂ ਦਾ ਰਾਜ ਆਊਗਾ, ਉਦੋਂ ਜਿਹੜੀ ਆਜ਼ਾਦੀ ਆਊਗੀ ਉਹਨੂੰ ਅਸੀਂ ਸੈਲੀਬ੍ਰੇਟ ਕਰਾਂਗੇ। ਇਸ ਬਹਿਸ ਨੂੰ ਇੱਕ ਹੋਰ ਜਿਹੜੇ ਹੋਰ ਤਰ੍ਹਾਂ ਦੇ ਲੋਕ ਨੇ, ਉਹ ਇਸ ਬਹਿਸ ਨੂੰ ਇੱਦਾਂ ਵੀ ਲੈ ਕੇ ਜਾ ਰਹੇ ਕਿ ਪੰਜਾਬ ਦੇ ਲਈ ਨਹੀਂ ਆਜ਼ਾਦੀ ਆਈ, ਮੁਲਕ ਤਾਂ ਆਜ਼ਾਦ ਹੋ ਗਿਆ, ਪੰਜਾਬ ਤਾਂ ਵੰਡ ਦੇ ਹਿੱਸੇ ਆ ਗਿਆ, ਪੰਜਾਬ ਤਾਂ ਵੰਡਿਆ ਗਿਆ, ਕੁਝ ਲੋਕ ਉੱਧਰ ਰਹਿ ਗਏ, ਕੁਝ ਇੱਧਰ ਰਹਿ ਗਏ, ਇੱਧਰ ਵੀ ਲਿਜਾਇਆ ਜਾ ਰਿਹਾ।
ਦੇਖੋ ਟ੍ਰੈਜਡੀ ਤਾਂ ਜਿਹੜੀ ਉਹ ਹੋਈ ਆ, ਟ੍ਰੈਜਡੀ ਤੁਸੀਂ ਦੇਖੋ ਜਿਹੜਾ ਵੱਡਾ ਪੰਜਾਬ ਆ ਜਿਹਨੂੰ ਅਸੀਂ ਜਿਹੜਾ ਲਹਿੰਦੇ ਦਾ ਪੰਜਾਬ ਬੋਲਦੇ ਆ, ਉਹਦਾ ਵੱਡਾ ਹਿੱਸਾ ਵੰਡ 'ਚ ਤਾਂ ਪੰਜਾਬ ਨੇ ਜ਼ਖਮ ਝੱਲੇ ਆ। 10 ਲੱਖ ਲੋਕ ਆ ਜਿਹੜੇ ਉਹ ਵੰਡ ਦੇ ਦੌਰਾਨ ਪੰਜਾਬੀ ਮਾਰੇ ਗਏ ਆ, ਔਰ ਵੱਡਾ ਹਿੱਸਾ ਜਿੱਥੇ 9 ਕਰੋੜ ਲੋਕਾਂ ਦੀ ਆਬਾਦੀ ਆ ਉਹ ਪੱਛਮ ਵਾਲੇ ਪਾਸੇ ਰਹਿ ਗਿਆ। ਉਹ ਜਿਹੜਾ 3.3 ਕਰੋੜ ਆਬਾਦੀ ਵਾਲਾ ਪੰਜਾਬ ਆ ਉਹ ਸਾਡੇ ਵਾਲੇ ਪਾਸੇ ਰਹਿ ਗਿਆ। ਪੰਜਾਬ ਨੇ ਬੜੇ ਇਹਦੇ ਜ਼ਖਮ ਆ ਜਿਹੜੇ ਉਹ ਝੱਲੇ ਆ। ਲਾਸ਼ਾਂ ਜਿਹੜੀਆਂ ਕੁੱਤਿਆਂ ਗਿਰਜਾਂ ਤੋਂ ਨਹੀਂ ਖਾਧੀਆਂ ਗਈਆਂ, ਜੋ ਬੇਪਤੀ ਸਾਡੀਆਂ ਧੀਆਂ ਭੈਣਾਂ ਦੀ ਵੰਡ ਦੇ ਦੌਰਾਨ ਹੋਈ ਆ। ਇਸ ਕਰਕੇ ਅਸੀਂ ਆਜ਼ਾਦੀ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਕਰਦੇ ਕੋਈ ਇਸ ਦਿਨ ਤੇ ਚੰਗੇ ਨਹੀਂ ਲੱਗਦੇ। ਜਿਹੜੀ ਆਜ਼ਾਦੀ ਇਹ ਕਹਿੰਦੇ ਆ ਕਿ 1947 ਨੂੰ ਆਈ ਆ, ਉਹ ਸਿਰਫ ਤੇ ਸਿਰਫ ਸੱਤਾ ਪਰਿਵਰਤਨ ਸੀ, ਕਿਉਂਕਿ ਗਾਂਧੀ ਤੇ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਆ ਜਿਹੜੀ, ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕੀਤਾ। ਸਮਝੌਤਾ ਕਰਕੇ ਅੰਗਰੇਜ਼ ਆ ਜਿਹੜੇ ਉਹ ਪਰਦੇ ਦੇ ਪਿੱਛੇ ਚਲੇ ਗਏ, ਤੇ ਇੱਥੇ ਜਿਹੜੇ ਦੇਸੀ ਕਾਰਪੋਰੇਟ ਆ, ਇੱਥੋਂ ਦੇ ਜੰਗੀਰਦਾਰ ਆ, ਉਹ ਅੱਜ ਵੀ ਰਾਜ ਸੱਤਾ ਤੇ ਕਾਬਜ਼ ਨੇ। ਉਹਨਾਂ ਦੀਆਂ ਜੰਗੀਰਾਂ ਵੀ ਉਵੇਂ ਹੀ ਨੇ, ਉਹਨਾਂ ਕੋਲ ਹਜ਼ਾਰਾਂ ਏਕੜ ਜਿਹੜੀਆਂ ਜ਼ਮੀਨਾਂ ਇੱਥੇ ਪਈਆਂ ਨੇ, ਉਹਨਾਂ ਦੀਆਂ ਫੈਕਟਰੀਆਂ ਇੱਥੇ ਨੇ, ਉਹਨਾਂ ਦੀਆਂ ਜਾਇਦਾਦਾਂ ਇੱਥੇ ਲੱਗੀਆਂ ਨੇ। ਇਸ ਕਰਕੇ ਆਜ਼ਾਦੀ ਉਹਨਾਂ ਕਾਰਪੋਰੇਟ ਲਈ ਤੇ ਉਹਨਾਂ ਜੰਗੀਰਦਾਰਾਂ ਲਈ ਆਜ਼ਾਦੀ ਹੈ। ਆਮ ਲੋਕਾਂ ਲਈ, ਜਿਹਨੂੰ ਭਗਤ ਸਿੰਘ ਕਹਿੰਦਾ ਸੀ ਕਿ ਸਾਡੇ ਤਰੀਕੇ ਦੀ ਆਜ਼ਾਦੀ ਆਊਗੀ, ਭਗਤ ਸਿੰਘ ਦੇ ਤਰੀਕੇ ਦੀ ਆਜ਼ਾਦੀ ਨਹੀਂ ਹੈਗੀ। ਇੱਥੇ ਕਿਸਾਨਾਂ ਮਜ਼ਦੂਰਾਂ ਲਈ ਕੋਈ ਆਜ਼ਾਦੀ ਉਹ ਹੈ ਨਹੀਂ ਗੀ। ਭਗਤ ਸਿੰਘ ਦੀ ਕਿਹੜੀ ਆਜ਼ਾਦੀ ਚਾਹੁੰਦਾ ਸੀ? ਉਹਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਦਾ ਕੀ ਮਤਲਬ ਆ, ਤੁਸੀਂ ਕੀ ਸਮਝਦੇ ਹੋ? ਦੇਖੋ ਬੜਾ ਸਪਸ਼ਟ ਆ। ਜਦੋਂ ਭਗਤ ਸਿੰਘ ਹੁਣਾਂ ਨੇ ਉਹਨਾਂ ਦੀਆਂ ਲਿਖਤਾਂ ਮਿਲਦੀਆਂ, ਮੇਰੇ ਹੱਥ 'ਚ ਇੱਕ ਕਿਤਾਬ ਆ ਪ੍ਰੋਫੈਸਰ ਜਗਮੋਹਨ ਸਿੰਘ ਹੁਣਾਂ ਨੇ ਲਿਖੀ ਆ, ਤੇ ਉਹਨਾਂ ਦੀਆਂ ਲਿਖਤਾਂ ਇਹਦੇ ਵਿੱਚ ਜਿਹੜੀਆਂ ਉਹ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਉਹਦੇ ਵਿੱਚ ਨੌਜਵਾਨ ਭਾਰਤ ਸਭਾ ਦਾ ਜਿਹੜਾ ਖਰੜਾ, ਇਨਕਲਾਬ ਦਾ ਖਰੜਾ, ਉਹਦੇ 'ਚ ਭਗਤ ਸਿੰਘ ਦੇ ਬਹੁਤ ਸਾਰੇ ਲੇਖ ਨੇ। ਅਛੂਤ ਦਾ ਸਵਾਲ ਆ, ਮੈਂ ਨਾਸਤਕ ਕਿਉਂ ਹਾਂ, ਬਹੁਤ ਸਾਰੇ ਲੇਖ ਉਹਨਾਂ ਨੇ ਲਿਖੇ। ਉਹਦੇ 'ਚ ਜਿਹੜਾ ਇਹਨਾਂ ਨੇ ਨੌਜਵਾਨ ਭਾਰਤ ਸਭਾ ਦਾ ਇਨਕਲਾਬ ਦਾ ਖਰੜਾ ਜਿਹੜਾ ਉਹ ਜਾਰੀ ਕੀਤਾ, ਉਹਦੇ 'ਚ ਉਹ ਸਾਫ਼ ਦੱਸਦੇ ਆ ਕਿ ਇਨਕਲਾਬ ਜਿੰਦਾਬਾਦ ਦਾ ਸਾਡਾ ਮਤਲਬ ਆ ਆਰਥਿਕ ਤੌਰ ਤੇ ਆਜ਼ਾਦੀ, ਮਤਲਬ ਕਿ ਆਰਥਿਕ ਤੌਰ ਤੇ ਲੋਕ ਸਾਰੇ ਬਰਾਬਰ ਹੋਣ। ਇਹ ਨਹੀਂ ਕਿ ਇੱਕ ਅੰਬਾਨੀ ਜਿਹਦੀ 1 ਘੰਟੇ ਦੀ ਜਿਹੜੀ ਆਮਦਨ ਆ ਉਹ 90 ਕਰੋੜ ਆ, ਤੇ ਇੱਕ ਪਾਸੇ ਉਹ ਲੋਕ ਆ ਜਿਨ੍ਹਾਂ ਕੋਲੇ ਖਾਣ ਲਈ ਰੋਟੀ ਨਹੀਂ ਹੈ, ਜਿਨ੍ਹਾਂ ਦੇ ਦਾਦੇ ਪੜਦਾਦੇ, ਜਿਨ੍ਹਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਉਹ ਮਿਹਨਤ ਕਰਦੀਆਂ ਮਰ ਗਈਆਂ, ਮਿਹਨਤ ਕਰਦੇ ਕੁੱਬੇ ਹੋ ਗਏ, ਤੇ ਉਹਨਾਂ ਕੋਲ ਅੱਜ 2 ਵਕਤ ਦੀ ਰੋਟੀ ਨਹੀਂ ਹੈ। ਵੀ ਇਹ ਆਰਥਿਕ ਤੌਰ ਤੇ ਆਜ਼ਾਦੀ ਭਗਤ ਸਿੰਘ ਦੇ ਤਰੀਕੇ ਨਾਲ ਨਹੀਂ ਹੈਗੀ। ਹਾਂ, ਉਹ ਕਹਿੰਦੇ ਸੀ ਜੇ ਸਾਡੇ ਤਰੀਕੇ ਵਾਲਾ ਰਾਜ ਆਇਆ, ਜੇ ਸਾਡੇ ਤਰੀਕੇ ਵਾਲੀ ਆਜ਼ਾਦੀ ਆਈ, ਤੇ ਅਸੀਂ ਆਰਥਿਕ ਨਾਮ ਬਰਾਬਰੀ, ਜਿਹਨੂੰ ਉਹਨਾਂ ਨੇ ਕਿਹਾ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਜਿਹੜੀ ਅਸੀਂ ਹੋਣ ਦੇਵਾਂਗੇ, ਉਹ ਅਸੀਂ ਬੰਦ ਕਰਾਂਗੇ। ਉਹਦਾ ਮਤਲਬ ਜੇ ਭਗਤ ਸਿੰਘ ਦੀ ਆਜ਼ਾਦੀ ਹੁੰਦੀ ਤੇ ਅੱਜ ਜਿਹੜਾ ਦੁਨੀਆ ਤੇ ਕੁਝ ਵੀ ਨਹੀਂ ਕਰਦੇ, ਉਹ ਅੱਜ ਪੰਜਾਬ ਦੀ ਜਿੰਨੀ ਆਰਥਿਕਤਾ ਸਾਰੀ ਦੀ ਸਾਰੀ GDP ਉਹਦੇ ਬਰਾਬਰ, ਉਹਨਾਂ ਕੋਲੇ 85 ਬਿਲੀਅਨ ਡਾਲਰ ਜਿਹੜੀ ਆਮਦਨ ਬਣੀ ਹੋਈ ਆ, ਉਹ ਫਿਰ ਇਦਾਂ ਇਕੱਠੀ ਨਾ ਹੁੰਦੀ। ਤੇ ਇੱਕ ਪਾਸੇ ਜਿਹੜੇ ਸਾਡੇ ਮਜ਼ਦੂਰ ਆ ਉਹ ਭੁੱਖੇ ਨਾ ਮਰਦੇ, ਜਾਂ ਉਹਨਾਂ ਕੋਲੇ ਘਰਾਂ 'ਚ ਰਹਿਣ ਲਈ ਚੰਗੇ ਘਰ ਨਹੀਂ ਹੈ, ਬੱਚਿਆਂ ਲਈ ਕੋਈ ਐਜੂਕੇਸ਼ਨ ਨਹੀਂ ਹੈ, ਕੋਈ ਬਿਮਾਰ ਹੋਣ ਤੇ ਇਲਾਜ ਕਰਾਉਣ ਦੇ ਲਈ ਉਹਨਾਂ ਕੋਲੇ ਕੋਈ ਹੈਲਥ ਦਾ ਪ੍ਰਬੰਧ ਨਹੀਂ ਹੈ। ਫਿਰ ਇਸ ਤਰੀਕੇ ਦੀ ਆਰਥਿਕ ਬਰਾਬਰੀ ਨਹੀਂ ਹੈਗੀ। ਦੂਜੀ ਉਹਨਾਂ ਨੇ ਕਿਹਾ ਸੀਗਾ ਕਿ ਰਾਜਨੀਤਿਕ ਤੌਰ ਤੇ ਆਜ਼ਾਦੀ ਹੋਊਗੀ ਜੇ ਸਾਡਾ ਰਾਜ ਆਊਗਾ ਤਾਂ। ਰਾਜਨੀਤਿਕ ਤੌਰ ਤੇ ਆਜ਼ਾਦੀ ਦਾ ਉਹਨਾਂ ਦਾ ਮਤਲਬ ਸੀਗਾ ਕਿ ਸਾਰੇ ਹੀ ਭਾਗੀਦਾਰ ਹੋਣਗੇ। ਰਾਜਨੀਤਿਕ ਤੌਰ ਤੇ ਆਜ਼ਾਦੀ ਦਾ ਮਤਲਬ ਇਹ ਨਹੀਂ ਸੀ ਕਿ ਇੱਕ ਜਿਹੜਾ MLA ਹੁਣ ਬਣ ਗਿਆ ਹੈ ਨਾ, ਉਹ ਤਾਕਤ ਦੇ ਜ਼ੋਰ ਤੇ, ਨਸ਼ੇ ਦੇ ਜ਼ੋਰ ਤੇ, ਪੈਸੇ ਦੇ ਜ਼ੋਰ ਤੇ ਇੱਥੇ ਜਿੱਤੇ, ਤੇ ਇੱਕ ਪਾਸੇ ਉਹ ਲੋਕ ਜਿਹੜੇ ਖੁੱਡੇ ਲੈਣ ਹੀ ਲਾਏ ਰੱਖਣ। ਜਿਵੇਂ ਅਸੀਂ ਕਹਿਣਾ ਕਿ ਸਾਡੇ ਡੈਮੋਕ੍ਰੇਸੀ ਆ, ਇੱਥੇ ਜਿੱਦਾਂ ਕਿਸੇ ਨੇ ਚੋਣ ਲੜਨੀ ਹੋਵੇ ਉਹਨੂੰ 25-30 ਹਜ਼ਾਰ ਰੁਪਏ ਤਾਂ ਜ਼ਮਾਨਤ ਦਾ ਭਰਨਾ ਪੈਂਦਾ, ਤੇ ਕਰੋੜਾਂ ਰੁਪਈਆ ਇਲੈਕਸ਼ਨ ਤੇ ਲੱਗਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਕਿ ਇੱਥੇ 67% ਉਹ ਲੋਕ ਆ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਆ ਜਿਹੜੀ ਪਿਛਲੀ ਸਰਕਾਰ ਦੇ ਮੌਕੇ ਯੋਜਨਾ ਕਮਿਸ਼ਨ ਦਾ ਚੇਅਰਮੈਨ ਰਿਹਾ, ਉਹਨਾਂ ਨੇ ਕਿਹਾ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਕਿ 67% ਲੋਕ ਬਿਲੋ ਪਾਵਰਟੀ ਲਾਈਨ ਆ। ਜਦੋਂ ਉਹ ਗਰੀਬੀ ਰੇਖਾ ਤੋਂ ਹੇਠ ਹੈ, ਮੁਲਕ ਦੀ ਵੱਡੀ ਆਬਾਦੀ ਕਰੋੜਾਂ ਦੀ, ਉਹ ਤਾਂ ਚੋਣ ਪ੍ਰਕਿਰਿਆ 'ਚ ਭਾਗ ਨਹੀਂ ਲੈ ਸਕਦੀ। ਫਿਰ ਉਹਨਾਂ ਲਈ ਰਾਜਨੀਤਿਕ ਆਜ਼ਾਦੀ ਦੇ ਕੀ ਮਾਇਨੇ ਹੋਣਗੇ? ਜਿਹੜੀ ਰਾਜਨੀਤਿਕ ਆਜ਼ਾਦੀ ਆ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਸਿਰਫ ਤੇ ਸਿਰਫ ਵੋਟਾਂ ਕਰਕੇ ਜਾਂ ਖਰੀਦੋ ਫਰੋਖਤ ਕਰਕੇ ਜਿਹੜੇ ਇੱਥੇ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ। ਤੁਹਾਨੂੰ ਪਤਾ ਹੀ ਆ, ਤੁਸੀਂ ਸਾਰੇ ਦੇਖਦੇ ਹੀ ਹੋ ਕਿੱਦਾਂ ਸਰਕਾਰਾਂ ਭਾਜਪਾ ਵਾਲੇ ਖਰੀਦ ਲੈਂਦੇ ਆ, ਕਿੱਦਾਂ MLA ਖਰੀਦੇ ਜਾਂਦੇ ਆ, ਕਿੱਦਾਂ ਆਲੂ ਗੰਢਿਆਂ ਵਾਂਗ ਜਿਹੜੀਆਂ ਇਹ ਪਾਰਲੀਮੈਂਟ ਮੈਂਬਰ ਆ ਜਿਹੜੇ ਇਹਨਾਂ ਦੇ ਖਰੀਦੇ ਜਾਂਦੇ ਆ। ਇਸ ਕਰਕੇ ਰਾਜਨੀਤਿਕ ਤੌਰ ਤੇ ਕੋਈ ਆਜ਼ਾਦੀ ਨਹੀਂ ਹੈ। ਜਿਹੜੇ ਅੱਜ ਵੀ ਸਾਡੇ ਆਮ ਲੋਕ ਆ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ। ਇੱਥੋਂ ਦੇ ਜੇ ਰਾਜਨੀਤਿਕ ਤੌਰ ਤੇ ਆਜ਼ਾਦੀ ਹੁੰਦੀ ਤੇ ਅੱਜ ਤੁਸੀਂ ਦੇਖੋ ਕਿ ਕਿਸੇ ਥਾਣੇ ਦਾ MLA ਕੋਈ ਚੁਣ ਕੇ ਆਉਂਦਾ? ਅਸੀਂ ਨਹੀਂ ਚੁਣਦੇ ਨਾ। ਜ਼ਿਲ੍ਹੇ ਦਾ DC ਹੈ, ਕੀ ਅਸੀਂ ਉਹਨੂੰ ਚੁਣ ਕੇ ਭੇਜਦੇ ਹਾਂ? ਜਿਹਦੇ ਨਾਲ ਸਾਡਾ ਰੋਜ਼ ਦਾ ਵਾਹ ਪੈਣਾ। ਅਸੀਂ ਪਟਵਾਰੀ ਨੂੰ ਚੁਣਦੇ ਹਾਂ ਜਿਹਦੇ ਨਾਲ ਕਿਸਾਨ ਦਾ ਰੋਜ਼ ਵਾਹ ਪੈਣਾ। ਅਸੀਂ SDM ਨੂੰ ਚੁਣਦੇ ਹਾਂ। ਸਾਡੇ ਕੋਲੇ ਜਿਹੜੀ ਪਰਮਾਨੈਂਟ ਸਟੇਟ ਆ ਉਹਨੂੰ ਚੁਣਨ ਦਾ ਅਧਿਕਾਰ ਹੀ ਹੈ ਨਹੀਂ। MLA ਸਰਕਾਰ ਤਾਂ 5 ਸਾਲਾਂ ਬਾਅਦ ਬਦਲ ਜਾਣੀ ਹੈ। ਇਹ ਤਾਂ ਜਦੋਂ MLA ਬਣ ਗਏ ਤੇ ਇੱਥੇ ਰਹਿੰਦੇ ਹੀ ਨਹੀਂ।
ਇਹਨਾਂ ਨੇ ਤਾਂ ਚੰਡੀਗੜ੍ਹ ਚਲੇ ਜਾਣਾ ਹੁੰਦਾ ਜਿਨ੍ਹਾਂ ਨਾਲ ਆਮ ਲੋਕਾਂ ਦਾ ਰੋਜ਼ ਦਾ ਵਾਹ ਏ ਉਹ ਲੋਕਾਂ ਨੂੰ ਅਸੀਂ ਚੁਣ ਹੀ ਨਹੀਂ ਸਕਦੇ। ਉਹ ਫਿਰ ਕਾਰਪੋਰੇਟ ਰਾਹੀਂ ਜਾਂ ਹੋਰ ਆ ਉਹ ਚੁਣੇ ਜਾਂਦੇ ਆ, ਉਹ ਜਿਹੜੇ ਭੇਜੇ ਜਾਂਦੇ ਆ ਉਹਨਾਂ ਦੀ ਸੇਵਾ ਕਰਨ ਦੇ ਲਈ। ਜਿਹੜਾ ਤੀਜਾ ਸਮਾਜਿਕ ਤੌਰ ਤੇ ਆਜ਼ਾਦੀ, ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ, ਬੜਾ ਦੁੱਖ ਵੀ ਹੋਇਆ। ਕਿਸੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਨੂੰ ਜਾਂਦੀ, ਅੰਮ੍ਰਿਤਸਰ ਦਾ ਪਿੰਡ ਆ ਕੋਈ, ਸ਼ਮਸ਼ਾਨ ਘਾਟ ਨੂੰ ਜਾਂਦੀ ਐਸਸੀ ਵਰਗ ਦੀ ਜਿਹੜੀ ਉਹ ਮਤਲਬ ਰਾਹ ਸੀਗਾ, ਉਹ ਰਾਹ ਵਾਹ ਕੇ ਲਾ ਲਿਆ ਗਿਆ। ਉਹਨਾਂ ਦੇ ਅੱਜ ਡੈਥ ਹੋਈ ਕੋਈ, ਤੇ ਉਹ ਡੈੱਡ ਬੋਡੀ ਝੋਨੇ ਦੇ ਵਿੱਚ ਦੀ ਚੱਕ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਗਏ ਆ। ਜਦੋਂ ਅੱਜ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਆ, ਜਦੋਂ ਅੱਜ ਜਾਤਾਂ ਦੇ ਆਧਾਰ ਤੇ ਸ਼ਮਸ਼ਾਨ ਘਾਟ ਬਣਾਏ ਗਏ ਆ, ਜਦੋਂ ਅੱਜ ਵੀ ਮਨੁੱਖ ਦੇ ਨਾਲ ਉਹੀ ਮਨੁੱਖ ਆ, ਇੱਕੋ ਜਿਹਾ ਖੂਨ ਆ, ਹਨਾ, ਇੱਕੋ ਜਿਹਾ ਜਿਹੜਾ ਉਹ ਸਾਰਾ ਸਰੀਰ ਆ, ਉਹਦੇ ਨਾਲ ਅੱਜ ਜਾਤ ਦੇ ਨਾਂ ਤੇ ਵਿਤਕਰਾ, ਉਹਦੇ ਨਾਲ ਧਰਮ ਦੇ ਨਾਂ ਤੇ ਵਿਤਕਰਾ, ਉਹਦੇ ਨਾਲ ਜਿਹੜਾ ਨਸਲ ਦੇ ਨਾਂ ਤੇ ਵਿਤਕਰਾ। ਇਸ ਕਰਕੇ ਇਹਨੂੰ ਅਸੀਂ ਭਗਤ ਸਿੰਘ ਦੀ ਜਿਹੜਾ ਉਹਨੇ ਕਿਹਾ ਸੀ ਕਿ ਸਮਾਜਿਕ ਤੌਰ ਤੇ ਆਜ਼ਾਦੀ ਹੈ, ਅਸੀਂ ਇਹਨੂੰ ਸਮਾਜਿਕ ਤੌਰ ਤੇ ਆਜ਼ਾਦੀ ਨਹੀਂ ਮੰਨਦੇ ਹੈਗੇ। ਹਾਂ, ਸਮਾਜਿਕ ਤੌਰ ਤੇ ਆਜ਼ਾਦੀ ਉਦੋਂ ਹੋਊਗੀ ਜਦੋਂ ਇੱਥੇ ਸਭ ਨੂੰ ਇੱਕ ਬਰਾਬਰ ਸਮਝਿਆ ਜਾਊਗਾ, ਜਦੋਂ ਜਾਤ ਦੇ ਆਧਾਰ ਤੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ, ਨਸਲ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ। ਉਹਨੂੰ ਅਸੀਂ ਕਹਾਂਗੇ ਕਿ ਸਮਾਜਿਕ ਤੌਰ ਤੇ ਜਿਹੜੀ ਭਗਤ ਸਿੰਘ ਦੇ ਤਰੀਕੇ ਦੀ ਆਜ਼ਾਦੀ ਜਿਹੜੀ ਉਹ ਹੈਗੀ ਆ। ਤੁਸੀਂ ਰਾਜਨੀਤਿਕ ਜਿਹੜੀ ਅਧਿਕਾਰਾਂ ਦੀ ਗੱਲ ਕੀਤੀ, ਰਾਜਨੀਤਿਕ ਅਧਿਕਾਰ ਤਾਂ ਲੋਕਾਂ ਕੋਲੇ ਹੈਗੇ ਨੇ, ਵੋਟ ਦਾ ਅਧਿਕਾਰ ਆ, ਐਮਐਲਏ ਤਾਂ ਚੁਣਿਆ ਜਾ ਸਕਦਾ, ਆਪਦੀ ਸਰਕਾਰ ਤਾਂ ਲੋਕ ਬਣਾਉਂਦੇ ਨੇ, ਲੋਕਾਂ ਕੋਲੇ ਵੋਟ ਪਾਉਣ ਦਾ ਅਧਿਕਾਰ ਆ, ਡੈਮੋਕ੍ਰੇਸੀ ਦੇ ਵਿੱਚ ਹਰੇਕ ਨੂੰ ਚੋਣ ਲੜਨ ਦਾ ਵੀ ਅਧਿਕਾਰ ਆ, ਬਹੁਤ ਸਾਰੇ ਲੋਕ ਚੋਣ ਲੜਦੇ ਵੀ ਨੇ। ਆਮ ਆਦਮੀ ਪਾਰਟੀ ਇਹ ਦਾਅਵਾ ਵੀ ਕਰਦੀ ਹੈ ਕਿ ਅਸੀਂ ਆਮ ਨੁਮਾਇੰਦੇ ਲੈ ਕੇ ਆਏ ਆ, ਬਹੁਤ ਸਾਰੇ ਐਮਐਲਏ ਜਿਹੜੇ ਬਣੇ ਨੇ ਗਰੀਬ ਪਰਿਵਾਰਾਂ ਚੋਂ ਨੇ, ਫਿਰ ਉਹ ਕਿਵੇਂ ਚੁਣੇ ਗਏ? ਦੇਖੋ, ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਅੱਖੀਂ ਘੱਟਾ ਪਾਇਆ ਹੋਇਆ। ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ 67% ਆਬਾਦੀ ਆ ਉਹ ਚੋਣ ਪ੍ਰਕਿਰਿਆ 'ਚ ਹਿੱਸਾ ਹੀ ਨਹੀਂ ਲੈ ਸਕਦੀ, ਜਿਹਨੂੰ ਆਪਦੀ ਰੋਟੀ ਦੇ ਲਾਲੇ ਪਏ ਹੋਏ ਆ, ਉਹ ਕਿੱਦਾਂ ਇਸ ਪੋਲਿਟਿਕਸ 'ਚ ਆ ਸਕਦੀ ਹੈ। ਔਰ ਜਿਹੜੀ ਗੱਲ ਹੈਗੀ ਵੀ ਚੁਣੇ ਜਾਂਦੇ ਆ ਲੋਕ, ਇਹ ਸਾਨੂੰ ਬੜਾ ਵੱਡਾ ਭੁਲੇਖਾ ਖੜਾ ਕੀਤਾ ਗਿਆ। ਕੋਈ ਚੁਣਿਆ ਚਾਣਿਆ ਨਹੀਂ ਜਾਂਦਾ। ਤੁਸੀਂ ਮੈਨੂੰ ਐਂ ਦੱਸੋ, ਇੱਥੇ ਸ਼ਹਿਰੀ ਹਵਾਬਾਜੀ ਮੰਤਰੀ ਰਿਹਾ ਜਿਹੜਾ ਉਹ ਪੁਰੀ, ਹਰਦੀਪ ਸਿੰਘ ਪੁਰੀ, ਉਹਨੂੰ ਕਿਹਨੇ ਚੁਣਿਆ? ਉਹ ਕੇਂਦਰ ਸਰਕਾਰ ਦੇ ਵਿੱਚ ਸ਼ਹਿਰੀ ਹਵਾਬਾਜੀ ਮੰਤਰੀ ਬਣਿਆ ਤੇ ਅੰਮ੍ਰਿਤਸਰ ਦੇ ਲੋਕਾਂ ਨੇ ਹਰਾਇਆ। ਠੀਕ ਆ, ਤੁਸੀਂ ਮੈਨੂੰ ਐਂ ਦੱਸੋ, 10 ਸਾਲ ਮਨਮੋਹਨ ਸਿੰਘ ਆ ਜਿਹੜੇ ਉਹ ਪ੍ਰਧਾਨ ਮੰਤਰੀ ਰਹੇ ਆ, ਉਸ ਤੋਂ ਪਹਿਲਾਂ ਉਹ ਵਿੱਤ ਮੰਤਰੀ ਰਹੇ ਆ, ਕਿਤੇ ਪੰਚਾਇਤ ਮੈਂਬਰ ਦੀ ਚੋਣ ਲੜੇ, ਉਹ ਕਿਤੇ ਐਮਐਲਏ ਦੀ ਚੋਣ ਲੜੇ ਤਾਂ ਸਾਨੂੰ ਦੱਸ ਦਿਓ। ਠੀਕ ਆ, ਇਸੇ ਮੁਲਕ ਦੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਹਰਾ ਕੇ ਭੇਜਿਆ ਤੇ ਗਾਂਹ ਜਾ ਕੇ ਉਹਨੂੰ ਪੂਰੇ ਮੁਲਕ ਦਾ ਵਿੱਤ ਮੰਤਰੀ ਬਣਾਤਾ। ਇਸ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ, ਚੁਣਿਆ ਚਣਿਆ ਕੁਛ ਨਹੀਂ ਜਾਂਦਾ। ਕਾਰਪੋਰੇਟ ਦੇ ਜਿਹੜੇ ਝੋਲਿਆਂ ਦੇ ਵਿੱਚੋਂ ਇੱਥੇ ਲੀਡਰ ਜਿਹੜੇ ਉਹ ਨਿਕਲਦੇ ਆ, ਵਰਲਡ ਬੈਂਕ ਦੇ ਝੋਲਿਆਂ ਚੋਂ ਨਿਕਲਦੇ ਆ, ਤੇ ਕਾਰਪੋਰੇਟ ਅੰਬਾਨੀ ਅੰਡਾਨੀ ਵਰਗੇ ਤੈਅ ਕਰਦੇ ਆ ਕਿ ਕੌਣ ਚੋਣਾਂ ਲੜੂਗਾ ਤੇ ਕੌਣ ਚੋਣਾਂ ਜਿੱਤੂਗਾ। ਇਹਦੀ ਸਾਫ਼ ਉਦਾਹਰਨ ਜਿਹੜਾ ਆਪਣਾ 2014 ਦੇ ਵਿੱਚ ਦੇਖੀ ਜਾ ਸਕਦੀ ਹੈ, ਜਦੋਂ ਮੋਦੀ ਦੀ ਜੈ ਜੈਕਾਰ ਕਰਾਈ ਕਾਰਪੋਰੇਟ ਨੇ, ਜਿਹੜਾ 15,000 ਕਰੋੜ ਰੁਪਈਆ ਬੀਜੇਪੀ ਦੀਆਂ ਰੈਲੀਆਂ ਆਰਗੇਨਾਈਜ਼ ਕਰਨ ਦੇ ਲਈ, ਈਵਨ ਕਿ ਜੇ ਮੋਦੀ ਨੇ ਕਿਤੇ ਜਹਾਜ਼ ਲੈ ਕੇ ਜਾਣਾ ਵੀ ਹੁੰਦਾ ਸੀ ਤੇ ਉਹਦੇ ਵਿੱਚ ਜਿਹੜਾ ਫਿਊਲ ਪੈਂਦਾ ਸੀ, ਤੇਲ ਪੈਂਦਾ ਸੀਗਾ, ਉਹ ਵੀ ਅੰਬਾਨੀਆਂ ਅੰਡਾਨੀਆਂ ਨੇ ਪਾ ਕੇ ਦਿੱਤਾ ਹੈ। ਇਸ ਕਰਕੇ ਕਾਰਪੋਰੇਟ ਦੀ ਸਰਕਾਰ ਆ। ਆਮ ਲੋਕਾਂ ਨੂੰ ਇਹ ਭੁਲੇਖੇ 'ਚ ਰੱਖਿਆ ਜਾਂਦਾ ਕਿ ਤੁਸੀਂ ਚੁਣਦੇ ਹੋ। ਆਮ ਲੋਕਾਂ ਨੂੰ ਤਾਂ ਇਹਨਾਂ ਨੇ ਛਣਕਣੇ ਬਣਾਇਆ ਹੋਇਆ। ਠੀਕ ਹੈ, 5 ਸਾਲਾਂ ਬਾਅਦ ਲਾਈਨ 'ਚ ਲਾ ਕੇ ਤੁਹਾਡੀ ਡੈਮੋਕ੍ਰੇਸੀ ਇਕੱਲੀ ਇੰਨੀ ਆ ਵੀ ਤੁਸੀਂ ਵੋਟ ਪਾਉਣੀ ਆ। ਲੋਕਾਂ ਨੂੰ ਸਿਰਫ ਵੋਟਾਂ ਪਾਉਣ ਤੇ ਰੱਖਿਆ ਹੋਇਆ। ਇਸ ਕਰਕੇ ਅਸੀਂ ਇਸ ਤਰੀਕੇ ਦੀ ਜਿਹੜੀ ਜਾਲੀ ਡੈਮੋਕ੍ਰੇਸੀ ਹੈ ਇਹਨੂੰ ਅਸੀਂ ਨਹੀਂ ਮੰਨਦੇ। ਜਿੰਨਾ ਚਿਰ ਭਗਤ ਸਿੰਘ ਦੇ ਤਰੀਕੇ ਦੀ ਆਜ਼ਾਦੀ ਨਹੀਂ ਆਉਂਦੀ, ਸਰਾਭੇ ਹੋਣਾ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਉਂਦੀ, ਅਸੀਂ ਉਹਨਾਂ ਚਿਰ ਇਸ ਆਜ਼ਾਦੀ ਨੂੰ ਆਜ਼ਾਦੀ ਮੰਨਦੇ ਨਹੀਂ ਹੈ। ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੀ ਅਸਲ ਤੇ ਖਰੀ ਆਜ਼ਾਦੀ ਨਹੀਂ ਆਉਂਦੀ। ਮੋਦੀ ਸਰਕਾਰ ਕਹਿ ਰਹੀ ਕਿ ਕਾਂਗਰਸ ਨੇ 70 ਸਾਲਾਂ 'ਚ ਭੱਠਾ ਬਿਠਾਇਆ, ਸੰਵਿਧਾਨਕ ਤੌਰ ਤੇ ਤਾਂ ਮੁਲਕ ਆਜ਼ਾਦ ਸੀ, ਸੰਵਿਧਾਨ ਨੂੰ ਲਾਗੂ ਕਰਨ ਵਾਲੇ ਗਲਤ ਸੀਗੇ, 2014 ਤੋਂ ਅਸੀਂ ਤਾਂ ਕੰਮ ਕਰ ਰਹੇ ਹਾਂ। ਮੋਦੀ ਸਰਕਾਰ ਦੀ ਅਗਵਾਈ ਦੇ ਵਿੱਚ ਇਹ ਮੋਦੀ ਜੀ ਦਾਅਵਾ ਕਰਦੇ, ਬੀਜੇਪੀ ਦਾਅਵਾ ਕਰਦੀ ਆ ਕਿ ਹੁਣ ਮੁਲਕ ਡਿਵੈਲਪਮੈਂਟ ਵਾਲੇ ਪਾਸੇ ਨੂੰ ਵਧ ਰਿਹਾ। ਕਾਂਗਰਸ ਨੇ ਪਹਿਲਾਂ ਉਹ ਡੈਮੋਕ੍ਰੇਸੀ ਨੂੰ ਹਵਾ ਨਹੀਂ ਲੱਗਣ ਦਿੱਤੀ, ਲੋਕਾਂ ਤੱਕ ਡੈਮੋਕ੍ਰੇਸੀ ਦੀ ਆਜ਼ਾਦੀ ਦੀ ਜਿਹੜੀ ਉਹ ਹਵਾ ਸੀ ਉਹਨੂੰ ਲੱਗਣ ਨਹੀਂ ਦਿੱਤਾ, ਪਹੁੰਚਣ ਨਹੀਂ ਦਿੱਤੀ। ਦੇਖੋ, ਇਸ ਮਾਮਲੇ 'ਚ ਕਾਂਗਰਸ ਕੋਈ ਦੁੱਧ ਦੀ ਧੁਲੀ ਨਹੀਂ ਹੈ ਤੇ ਬੀਜੇਪੀ ਵੀ ਜਿਹੜੀ ਉਹ ਕੋਈ ਦੁੱਧ ਦੀ ਧੁਲੀ ਨਹੀਂ ਹੈ। ਕਾਂਗਰਸ ਨੇ ਲਗਭਗ 50 ਸਾਲ ਰਾਜ ਇਸ ਮੁਲਕ ਤੇ ਕੀਤਾ ਔਰ ਇਸ ਮੁਲਕ ਨੂੰ ਜਿੰਨਾ ਲੁੱਟਿਆ ਪੁੱਟਿਆ, ਕਾਂਗਰਸ ਵੀ ਉਹਦੇ 'ਚ ਬੀਜੇਪੀ ਜਿੰਨੀ ਹੀ ਭਾਗੀਦਾਰ ਆ। ਹਾਂ, ਇਹਨਾਂ ਦਾ ਇਹ ਆ ਕਿ ਇਹਨਾਂ ਨੇ ਥੋੜ੍ਹੇ ਸਮੇਂ 'ਚ ਆ ਕੇ ਕਿ ਕਾਂਗਰਸ ਨੂੰ ਪਿੱਛੇ ਛੱਡ ਕੇ ਲੁੱਟ 'ਚ
ਇਹਨਾਂ ਨੇ ਸਾਰੇ ਕਾਸੇ ਤੇ ਜਿਹੜਾ ਉਹ ਕਬਜ਼ਾ ਕੀਤਾ। ਇਹਨਾਂ ਨੇ ਜਿਹੜਾ ਡੈਮੋਕ੍ਰੇਸੀ ਜਿਹੜਾ ਇਹ ਕਹਿੰਦੇ ਆ ਉਹਦਾ ਭੱਠਾ ਬਿਠਾਉਣ ਦੇ ਲਈ ਇੱਥੇ ਫਾਸ਼ੀਵਾਦੀ ਨੀਤੀ ਜਿਹੜੀ ਉਹ ਲੈ ਕੇ ਆਏ ਆ। ਠੀਕ ਆ, ਕਾਂਗਰਸ ਨੇ ਵੀ ਰੱਜ ਕੇ ਲੁੱਟਿਆ। 2G ਸਪੈਕਟਰਮ ਵਰਗੇ ਘੁਟਾਲੇ ਕਾਂਗਰਸ ਦੇ ਰਾਜ 'ਚ ਹੀ ਹੋਏ ਆ ਨਾ, ਕਾਮਨਵੈਲਥ ਵਰਗੇ ਘੁਟਾਲੇ ਕਾਂਗਰਸ ਦੇ ਰਾਜ 'ਚ ਹੀ ਹੋਏ ਆ ਨਾ। ਔਰ ਮੋਦੀ ਜੀ ਜਦੋਂ ਤੋਂ ਸੱਤਾ 'ਚ ਆਏ ਆ ਤੁਸੀਂ ਦੇਖ ਲਓ ਕਿਤੇ ਇਹਨਾਂ ਨੇ ਲੋਕਾਂ ਲਈ ਸਵਾਰਿਆ ਕੀ ਆ। ਇਹਨਾਂ ਨੇ ਨੋਟਬੰਦੀ ਕੀਤੀ, ਲੋਕਾਂ ਦਾ ਜਿਹੜਾ ਕਾਰੋਬਾਰ ਤਬਾਹ ਕੀਤਾ। ਇਹਨਾਂ ਨੇ GST ਜਿਹੜੀ ਉਹ ਲੈ ਕੇ ਆਂਦੀ, ਲੋਕਾਂ ਦੇ ਕਾਰੋਬਾਰ ਤਬਾਹ ਕਰਤੇ। ਕਰੋਨਾ ਦੇ ਵਿੱਚ ਜਿਹੜੇ ਮਜ਼ਦੂਰ ਕਿੱਦਾਂ ਭੁੱਖੇ ਮਰੇ ਆ। ਕਰੋਨਾ ਪੀਰੀਅਡ ਦੇ ਵਿੱਚ ਜਿਹੜੇ ਯੂਪੀ ਬਿਹਾਰ ਤੋਂ ਲੇਬਰ ਆਈ ਆ, ਸਾਡੇ ਪੰਜਾਬ ਦਾ ਹੀ ਆਪਾਂ ਉਦਾਹਰਨ ਦੇਖ ਲਈਏ ਤਾਂ ਤੁਰ ਕੇ ਉਹ ਹਜ਼ਾਰਾਂ ਕਿਲੋਮੀਟਰ ਗਏ ਆ। ਇੱਥੋਂ ਤੱਕ ਕਿ ਜਿਹੜੀਆਂ ਔਰਤਾਂ ਐ ਉਹਨਾਂ ਕੋਲ ਰਸਤੇ 'ਚ ਜਿਹੜੇ ਬੱਚੇ ਹੋਏ ਆ। ਠੀਕ ਆ, ਇਹਨਾਂ ਨੇ ਮੁਲਕ ਨੂੰ ਭੁੱਖਮਰੀ ਵਾਲੇ ਹਾਲਾਤ ਤੇ ਲੈ ਆਂਦਾ। BJP ਜਿਹੜੀ ਉਹ ਧਰਮ ਦੇ ਨਾਂ ਤੇ ਥੋੜੀ ਵੱਧ ਸ਼ਾਰਪ ਆ, ਵੱਧ ਲੜਾ ਕੇ ਲੋਕਾਂ ਦੰਗੇ ਕਰਵਾ ਕੇ ਜਿਹੜੀ ਉਹ ਪੋਲਿਟਿਕਸ ਕਰਨ ਦੇ ਵਿੱਚ ਉਹ ਆਪਣੀ ਮਹਾਰਤ ਜਿਹੜੀ ਉਹਨੇ ਹਾਸਲ ਕੀਤੀ ਹੋਈ ਆ। ਕਾਂਗਰਸ ਤੋਂ ਪਹਿਲਾਂ ਉਹਨੇ ਬੁਰਕਾ ਹੀ ਪਹਿਨਿਆ ਹੋਇਆ ਸੀਗਾ। ਉਹ ਥੋੜਾ ਇਹ ਸਮਝਦੇ ਸੀ ਕਿ ਅਸੀਂ ਡੈਮੋਕ੍ਰੈਟਿਕ ਆ, ਪਰ ਜਦੋਂ ਉਹਨਾਂ ਨੇ ਐਮਰਜੈਂਸੀ ਲਾਈ, ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ, ਈਵਨ ਕਿ ਲੋਕਾਂ ਨੂੰ ਜਿਉਣ ਦਾ ਅਧਿਕਾਰ ਤੱਕ ਨਹੀਂ ਦਿੱਤਾ, ਸਾਰੇ ਅਧਿਕਾਰ ਖੋਹ ਲਏ ਗਏ, ਤਾਂ ਇਹ ਜਿਹੜਾ ਸਾਬਤ ਹੋ ਗਿਆ ਸੀ ਕਿ ਕਾਂਗਰਸ ਵੀ ਜਿਹੜੀ ਫਾਸਿਸਟ ਗਵਰਨਮੈਂਟ ਆ ਔਰ ਜਿਹੜੀ ਹੁਣ ਆਈ ਆ ਮੋਦੀ ਸਰਕਾਰ ਇਹ ਉਹਦਾ ਪਿਓ ਆ। ਇਹ ਉਦੋਂ ਵੱਧ ਕੇ ਫਾਸਿਸਟ ਆ। ਇਹ ਸਾਰੀਆਂ ਘੱਟ ਗਿਣਤੀਆਂ ਇਹ ਕਮਿਊਨਿਸਟਾਂ ਦਾ, ਲੇਖਕਾਂ, ਬੁੱਧੀਜੀਵੀਆਂ ਦਾ ਗਲਾ ਘੁੱਟ ਕੇ ਇੱਥੇ ਜਿਹੜਾ ਕਾਰਪੋਰੇਟ ਦਾ ਤੇ ਹਿੰਦੂ ਰਾਸ਼ਟਰ ਦਾ ਰਾਜ ਆ ਜਿਹੜਾ ਉਹ ਲੈ ਕੇ ਉਹ ਆਉਣਾ ਚਾਹੁੰਦੇ ਆ। ਤੁਸੀਂ ਕਹਿ ਰਹੇ ਹੋ ਕਿ ਆਜ਼ਾਦੀ ਨਹੀਂ ਹੈ, ਫਿਰ ਤੁਸੀਂ ਖੁਦ ਹੀ ਜਮਹੂਰੀ ਅਧਿਕਾਰਾਂ ਦੀ ਗੱਲ ਕਰਦੇ ਹੋ ਵੀ ਉਹ ਕੁਚਲੇ ਜਾ ਰਹੇ, ਫਿਰ ਸੀਗੇ ਸੰਵਿਧਾਨਕ ਤੌਰ ਤੇ ਇਹਨਾਂ ਨੇ ਕੁਚਲੇ ਆ। ਦੇਖੋ ਜਿਹੜੇ ਅਧਿਕਾਰ ਹੁੰਦੇ ਆ ਨਾ ਲੋਕ ਲੜ ਕੇ ਲੈਂਦੇ ਆ। ਜਿਹੜੇ ਕੁਛ ਅਧਿਕਾਰ ਹੋਣ ਉਹ ਉਹਨਾਂ ਦੀਆਂ ਸਟਰਗਲਾਂ ਦੇ ਰਾਹੀਂ ਮਿਲਦੇ ਆ। ਇਹ ਕੋਈ ਖੈਰਾਤ ਨਹੀਂ ਹੁੰਦੇ ਕਿ ਕਿਸੇ ਨੂੰ ਅਧਿਕਾਰ ਦੇਤੇ। ਜੇ ਹਿਸਟਰੀ 'ਚ ਕੋਈ ਅਧਿਕਾਰ ਲੋਕਾਂ ਨੂੰ ਮਿਲੇ ਆ ਤੇ ਉਹਦੇ ਪਿੱਛੇ ਕੋਈ ਨਾ ਕੋਈ ਲੋਕਾਂ ਦੀ ਸਟਰਗਲ ਹੁੰਦੀ ਆ। ਮਸਲਨ ਕਿਸਾਨ ਅੰਦੋਲਨ ਚੱਲਿਆ, 3 ਖੇਤੀ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ। ਹੁਣ ਕਿਹਾ ਤਾਂ ਇਹ ਵੀ ਜਾ ਸਕਦਾ ਵੀ ਫਿਰ ਕਾਨੂੰਨ ਲਿਆ ਹੀ ਤੇ ਲੋਕਾਂ ਨੇ ਸੰਵਿਧਾਨਕ ਤਰੀਕੇ ਨਾਲ ਰੱਦ ਕਰਵਾਏ। ਉਹ ਉਹਨਾਂ ਨੇ ਵਰਤੇ ਔਰ ਵਰਤ ਕੇ ਉਦੋਂ ਬਾਹਰ ਵੀ ਗਏ। ਉਹ ਜੇ ਕੋਈ ਉਹਨਾਂ ਦੇ ਅਧਿਕਾਰ ਨਹੀਂ ਵੀ ਸੀ, ਉਹਦੇ ਜਿਹੜੀ ਸਟਰਗਲ ਦੀ ਫਾਈਟ ਸੀਗੀ ਉਹ ਇੰਨੀ ਤਿੱਖੀ ਸੀ ਕਿ ਮੋਦੀ ਸਰਕਾਰ ਨੂੰ 3 ਕਾਨੂੰਨ ਵਾਪਸ ਆ ਉਹ ਲੈਣੇ ਪਏ ਆ। ਅਧਿਕਾਰ ਤੇ ਸਾਡੀ ਇਹ ਸਮਝ ਆ ਕਿ ਲੋਕ ਜਿੰਨਾ ਲੜਦੇ ਉਨੀ ਕੁ ਸਪੇਸ ਤਾਂ ਉਹਨਾਂ ਨੂੰ ਮਿਲਦੀ ਆ। ਇਸ ਕਰਕੇ ਇਹ ਕੋਈ ਖਰਾਦ ਨਹੀਂ ਦਿੱਤੀ ਕਿਸੇ ਨੇ। ਜੇ ਕੋਈ ਜਮਹੂਰੀ ਅਧਿਕਾਰ ਆ ਉਹ ਲੋਕਾਂ ਨੇ ਲੜ ਕੇ ਲਏ ਹੋਏ ਆ, ਉਹਦੇ ਪਿੱਛੇ ਬਹੁਤ ਸਾਰੀਆਂ ਸਟਰਗਲਾਂ ਨੇ। ਮਤਲਬ ਨੌਜਵਾਨ ਭਾਰਤ ਸਭਾ ਉਹਦੇ ਵਾਸਤੇ ਕੀ ਕਰ ਰਹੀ ਹੈ ਹੁਣ ਵੀ ਜਿਹੜਾ ਆਜ਼ਾਦੀ ਆਵੇ, ਲੋਕਾਂ ਦੇ ਵਿੱਚ ਇਹੋ ਜਿਹਾ ਕੀ ਲਿਆਂਦਾ ਜਾਵੇ, ਲੋਕ ਕਿਵੇਂ ਇਸ ਜਲਨ ਚੋਂ ਬਾਹਰ ਨਿਕਲਣ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ? ਦੇਖੋ ਅਸੀਂ ਤਾਂ ਨੌਜਵਾਨ ਭਾਰਤ ਸਭਾ ਇੱਕ ਜਥੇਬੰਦੀ ਨੌਜਵਾਨਾਂ ਦੀ ਹੈ। ਅਸੀਂ ਲੋਕਾਂ ਨੂੰ ਤਿਆਰ ਕਰਨ ਦੇ ਲਈ ਲੱਗੇ ਹੋਏ ਹਾਂ ਕਿ ਜੋ ਉਹਨਾਂ ਦੇ ਰਾਈਟ ਨੇ, ਜੋ ਉਹਨਾਂ ਦੇ ਅਧਿਕਾਰ ਨੇ, ਉਹਨਾਂ ਦਾ ਸਿੱਖਿਆ ਦਾ ਅਧਿਕਾਰ ਆ, ਉਹਨਾਂ ਦਾ ਰੁਜ਼ਗਾਰ ਦਾ ਅਧਿਕਾਰ ਆ, ਉਹਨਾਂ ਦਾ ਜਿਹੜਾ ਐਜੂਕੇਸ਼ਨ ਦਾ ਅਧਿਕਾਰ ਆ, ਜੋ ਲੋਕਾਂ ਦੇ ਅਸਲ ਮੁੱਦੇ ਆ ਉਹ ਕੇਂਦਰ 'ਚ ਲਿਆ ਕੇ ਤੇ ਜਿਹੜੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਆ ਪਿਛਲੇ 70-75 ਸਾਲਾਂ ਤੋਂ, ਉਹਨਾਂ ਦਾ ਭਾਂਡਾ ਫੋੜ ਕੇ ਤੇ ਅਸਲ ਆ ਜਿਹੜਾ ਭਗਤ ਸਿੰਘ ਦੇ ਸੁਪਨੇ ਵਾਲਾ ਰਾਜ ਆ ਉਹ ਨੌਜਵਾਨ ਸਾਕਾਰ ਕਰਨ ਲਈ ਵਧਣ। ਠੀਕ ਆ, ਇਹਦੇ ਲਈ ਅਸੀਂ ਨੌਜਵਾਨਾਂ ਨੂੰ ਤਿਆਰ ਕਰ ਰਹੇ ਹਾਂ। ਅਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਜਿੰਨੀਆਂ ਸਟਰਗਲਾਂ ਹੁੰਦੀਆਂ ਅਸੀਂ ਉਹਦੇ 'ਚ ਹਿੱਸੇਦਾਰੀ ਲੈਂਦੇ ਹਾਂ। ਅਸੀਂ ਨੌਜਵਾਨਾਂ ਨੂੰ ਇਸ ਗੱਲ ਲਈ ਤਿਆਰ ਕਰ ਰਹੇ ਹਾਂ ਕਿ ਜਿਹੜਾ ਭਗਤ ਸਿੰਘ ਹੋਰਾਂ ਦਾ ਸੁਪਨਾ ਉਹ ਅਧੂਰਾ ਪਿਆ, ਜਿਹੜਾ ਇਨਕਲਾਬ ਉਹਨਾਂ ਦਾ ਅਧੂਰਾ ਪਿਆ, ਜਿਹੜਾ ਅਸੀਂ ਪੂਰਾ ਕਰਨਾ ਤੇ ਇੱਥੇ ਜਿਹੜਾ ਮਿਹਨਤਕਸ਼ ਲੋਕਾਂ ਦਾ, ਇੱਥੇ ਮਜ਼ਦੂਰਾਂ ਦਾ, ਇੱਥੇ ਕਿਸਾਨਾਂ ਦਾ ਰਾਜ ਆ ਜਿਹੜਾ ਉਹ ਲੈ ਕੇ ਆਉਣਾ, ਉਹਦੇ ਲਈ ਅਸੀਂ ਤਿਲ ਫੁੱਲ ਜਿੰਨੀ ਸਾਡਾ ਯੋਗਦਾਨ ਅਸੀਂ ਉਹ ਪਾ ਰਹੇ ਹਾਂ ਲਹਿਰ ਦੇ ਵਿੱਚ। ਅੱਛਾ ਬਾਈ, ਫਿਰ ਵੀ ਤਿਰੰਗੇ ਦੀ ਜਿਹੜੀ ਬਹਿਸ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਅੱਜ BJP ਨੇ ਐਲਾਨ ਕੀਤਾ ਕਿ ਅਸੀਂ ਜਿਹੜੇ ਉਹ ਤਿਰੰਗੇ ਵੰਡਣੇ ਆ ਤੇ 2-3 ਵੀਡੀਓ ਵੀ ਦੇਖੀਆਂ ਗਈਆਂ ਘੁੰਮਦੀਆਂ ਕਿਸੇ ਬਾਹਰਲੇ ਸੂਬੇ ਦੀ ਵੀਡੀਓ ਆ। ਉਹ ਰਾਸ਼ਨ ਵੰਡਣ ਆਏ ਹੋਏ ਆ ਪਿੰਡ ਦੇ ਵਿੱਚ ਅਧਿਕਾਰੀ ਡੀਪੂ ਤੇ ਉਹਨਾਂ ਕਣਕ ਦੇ ਨਾਲ ਜਾਂ ਚੌਲਾਂ ਦੇ ਨਾਲ ਉਹਨਾਂ ਨੂੰ ਇੱਕ ਤਿਰੰਗਾ ਦੇ ਰਿਹਾ 20 ਰੁਪਏ ਦਾ। ਕਹਿੰਦੇ ਵੀ ਸਰਕਾਰ ਨੇ ਇਹ ਜ਼ਰੂਰੀ ਕੀਤਾ ਹੋਇਆ। ਠੀਕ ਆ, ਅੱਜ BJP RSS ਤਿਰੰਗੇ ਦੀ ਗੱਲ ਕਰਦੀ ਆ। ਜਿਹੜੀ BJP RSS 1925 'ਚ ਬਣੀ ਔਰ ਦੇਸ਼ ਦੀ ਆਜ਼ਾਦੀ ਲਈ ਉਹਦਾ ਕੋਈ ਯੋਗਦਾਨ ਨਹੀਂ ਹੈ। ਉਹਨਾਂ ਦਾ ਇੱਕੋ ਇੱਕ ਬੰਦਾ ਵੀਰ ਸਾਵਰਕਰ ਜੇਲ੍ਹ ਗਿਆ, ਪਹਿਲਾਂ ਉਹ ਗਦਰ ਪਾਰਟੀ 'ਚ ਰਿਹਾ, ਬਾਅਦ 'ਚ ਉਹਨਾਂ ਨੇ ਜਿਹੜੀ RSS ਦੀ ਨੀਂਹ ਰੱਖੀ ਆ। ਠੀਕ ਆ, ਔਰ ਉਸ ਬੰਦਿਆਂ ਨੇ ਇੱਥੋਂ ਤੱਕ ਆਪਦੀਆਂ ਲਿਖਤਾਂ ਦੇ ਵਿੱਚ ਲਿਖਿਆ ਕਿ ਸਾਨੂੰ ਅੰਗਰੇਜ਼ਾਂ ਖਿਲਾਫ ਨਹੀਂ ਲੜਨਾ ਚਾਹੀਦਾ, ਸਾਨੂੰ ਆਪਦੀ ਤਾਕਤ ਸਾਂਭ ਕੇ ਰੱਖਣੀ ਚਾਹੀਦੀ ਹੈ, ਹਿੰਦੂ ਰਾਸ਼ਟਰ ਲਈ ਲਾਉਣੀ ਚਾਹੀਦੀ ਹੈ। ਇਹ ਕਮਿਊਨਿਸਟਾਂ ਦੇ ਖਿਲਾਫ ਵਰਤਣਾ ਚਾਹੀਦਾ, ਇਹਨੂੰ ਮੁਸਲਮਾਨਾਂ ਦੇ, ਇਹਨੂੰ ਦਲਿਤਾਂ ਦੇ ਖਿਲਾਫ ਵਰਤਣਾ ਚਾਹੀਦਾ। ਤੇ ਉਹੀ RSS BJP ਅੱਜ ਤਿਰੰਗੇ ਦੀ ਗੱਲ ਕਰਦੀ ਹੈ, ਜਿਹਦੇ ਹੈੱਡਕੁਆਟਰ ਤੇ ਅੱਜ ਤੱਕ ਤਿਰੰਗਾ ਝੰਡਾ ਜਿਹੜਾ ਨਾਗਪੁਰ ਦੇ ਵਿੱਚ ਨਹੀਂ ਚੜਿਆ। ਜਿਹੜੇ ਹਾਈ ਕੋਰਟ ਦੀ UP ਦੇ ਵਿੱਚ ਜਿਹਨੂੰ ਕਹਿ ਸਕਦੇ ਆ ਉਦਘਾਟਨ ਕਰਦੇ ਆ ਤੇ ਉੱਥੇ ਭਗਵਾਂ ਝੰਡਾ ਚੜਾਉਂਦੇ ਆ। ਇਸ ਕਰਕੇ ਇਹ ਅਖੌਤੀ ਅੰਧ ਰਾਸ਼ਟਰਵਾਦੀ ਜਿਹੜੀ ਭਾਵਨਾ ਲੋਕਾਂ 'ਚ ਪੈਦਾ ਕਰਕੇ ਤੇ ਸਿਰਫ ਲੋਕਾਂ ਦੇ ਜਿਹੜੇ ਰੀਅਲ ਇਸ਼ੂਜ਼ ਆ,
ਲੋਕਾਂ ਦਾ ਐਜੂਕੇਸ਼ਨ ਦਾ, ਹੈਲਥ ਦਾ, ਜਿਹੜਾ ਮਤਲਬ ਰੁਜ਼ਗਾਰ ਦਾ ਮਾਮਲਾ ਉਹਨੂੰ ਘੱਟੇ ਰੋਲਣ ਦੇ ਲਈ ਤੇ ਫੋਕੀ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਾਅਰੇ ਮਾਰ ਕੇ ਉਹਨੂੰ ਇੱਕ ਰਾਸ਼ਟਰਵਾਦੀ ਭਾਵਨਾ ਚ ਲਪੇਟ ਕੇ ਲੋਕਾਂ ਦੇ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਆ ਭਟਕਾਉਣਾ ਚਾਹੁੰਦੀ। ਨਹੀਂ ਤਾਂ ਕੋਈ ਤਿਰੰਗੇ ਨਾਲ ਇਹਨਾਂ ਨੂੰ ਕੋਈ ਬਾਹਲਾ ਪ੍ਰੇਮ ਨਹੀਂ ਹੈ। ਠੀਕ ਆ, ਕਿਉਂਕਿ ਇਹ ਤਾਂ ਜਿਹੜਾ ਇਹਨਾਂ ਦਾ ਝੰਡਾ ਤਾਂ ਭਗਵਾ, ਇਹ ਤਾਂ ਸੰਵਿਧਾਨ ਨੂੰ ਵੀ ਨਹੀਂ ਮੰਨਦੇ। ਇਹ ਤਾਂ ਮਨੂ ਸਮ੍ਰਿਤੀ ਨੂੰ ਮੰਨਦੇ ਆ। ਇਹ ਤਾਂ ਹਿੰਦੂ ਰਾਸ਼ਟਰ ਦੇ ਵਿੱਚ ਜਿਹੜਾ ਮਨੂ ਸਮ੍ਰਿਤੀ ਨੂੰ ਲਾਗੂ ਉਹ ਕਰਨਾ ਚਾਹੁੰਦੇ ਆ। ਉਹ ਮਨੂ ਸਮ੍ਰਿਤੀ ਜਿਹੜੀ ਇੱਕ ਬੰਦੇ ਨੂੰ 4 ਹਿੱਸਿਆਂ 'ਚ ਵੰਡਦੀ ਆ। ਇੱਕ ਬੰਦੇ ਨੂੰ ਸਰਵਉੱਚਤਮ ਜਿਹੜਾ ਬਣਾਉਣਾ ਚਾਹੁੰਦੀ ਆ, ਔਰ ਉਸੇ ਮਨੂ ਸਮ੍ਰਿਤੀ ਦੇ ਵਿੱਚ ਇਹ ਆ ਕਿ ਜਿਹੜੇ ਸ਼ੂਦਰ ਆ, ਜਿਹੜੇ ਦਲਿਤ ਆ, ਉਹ ਪੈਰ ਦੀ ਜੁੱਤੀ ਆ। ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ। ਇਸ ਮਨੂ ਸਮ੍ਰਿਤੀ ਨੂੰ ਤਾਂ ਬੀਜੇਪੀ RSS ਸੰਵਿਧਾਨ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਇਹ ਲੋਕਾਂ ਦਾ ਧਿਆਨ ਭਟਕਾਉਣ ਲਈ ਜਿਹੜੀ ਤਿਰੰਗੇ ਵਾਲੀ ਬਹਿਸ ਆ ਉਹ ਮੁਲਕ ਦੇ ਵਿੱਚ ਚਲਾ ਰਹੇ ਨੇ। ਤਾਂ ਬਾਈ ਹੋਰਾਂ ਦਾ ਕਹਿਣਾ ਕਿ ਜਿਹੜੀ ਨੌਜਵਾਨ ਭਾਰਤ ਸਭਾ ਅੱਜ ਵੀ ਭਗਤ ਸਿੰਘ ਦੇ ਅਧੂਰੇ ਸੁਪਨੇ ਦਾ ਸਮਾਜ ਸਿਰਜਣ ਲਈ ਲੋਕਾਂ ਨੂੰ ਚੇਤਨ ਕਰ ਰਹੀ ਆ, ਲੋਕਾਂ ਨੂੰ ਅਸਲੀ ਆਜ਼ਾਦੀ ਦਿਵਾਉਣ ਦੇ ਲਈ ਅਸੀਂ ਸੰਘਰਸ਼ੀਲ ਆ। ਪਰ ਜਿਹੜੇ 70-75 ਸਾਲਾਂ 'ਚ ਸਿਰਫ ਬੁਰਕੇ ਪਾਏ ਜਾਂਦੇ ਰਹੇ ਆ, ਸਿਰਫ ਸੱਤਾ ਪਰਿਵਰਤਨ ਹੁੰਦੇ ਆ, ਕੋਈ ਅਸਲੀ ਆਜ਼ਾਦੀ ਨਹੀਂ ਹੈ। ਔਰ ਇਸ ਆਜ਼ਾਦੀ ਦੇ ਲਈ ਲੜਨਾ ਪੈਣਾ। ਤਿਰੰਗੇ ਦੀ ਬਹਿਸ ਦੇ ਵਿੱਚ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ, ਇਸ ਬਹਿਸ 'ਚ ਪੈਣ ਦੀ ਬਜਾਏ ਲੋਕਾਂ ਦੇ ਮੁੱਦਿਆਂ ਨੂੰ ਕੇਂਦਰ 'ਚ ਰੱਖਣਾ ਚਾਹੀਦਾ। ਕੈਮਰਾ ਪਰਸਨ ਜਸ ਦੇ ਨਾਲ ਮੈਂ ਮੋਹਨ ਸਿੰਘ ਔਲਖ, ਲੋਕ ਆਵਾਜ਼ TV ਲਈ ਧੰਨਵਾਦ।